ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਅਪਰੋਚ ਟੂ ਐਜੂਕੇਸ਼ਨ ਪਲੈਨਿੰਗ, ਸਿੱਖਿਆ ਯੋਜਨਾਬੰਦੀ ਦੀਆਂ ਪਹੁੰਚਾਂ। ਤਾਂ ਇਸ ਤਰ੍ਹਾਂ ਅਸੀਂ ਕੀਤਾ ਸੀ ਕਿ ਜਿਹੜੀ ਪਲੈਨਿੰਗ ਹੈ ਉਹ ਕਿਸੇ ਵੀ ਕੰਮ ਨੂੰ ਕਰਨ ਦੇ ਲਈ, ਆਪਣੇ ਉਦੇਸ਼ਾਂ ਦੇ ਵਿੱਚ ਕਾਮਯਾਬ ਹੋਣ ਦੇ ਲਈ ਅਸੀਂ ਪਹਿਲਾਂ ਪਲੈਨਿੰਗ ਹੈ ਜਿਹੜੀ ਉਹ ਕਰਦੇ ਹਾਂ। ਤਾਂ ਇਸ ਤਰ੍ਹਾਂ ਉਦੇਸ਼ਾਂ ਦਾ ਨਿਰਧਾਰਨ ਕਰਕੇ ਉਹਨਾਂ ਸੰਬੰਧੀ ਇਹ ਧਾਰਨਾਵਾਂ ਬਣਾਉਂਦੀ ਹੈ, ਉਹਨਾਂ ਦੀ ਚੋਣ ਕਰਦੀ ਹੈ, ਅੰਤ ਵਿੱਚ ਪਹਿਲ ਦੇ ਆਧਾਰ 'ਤੇ ਵਿਆਪਕ ਯੋਜਨਾਵਾਂ ਅਤੇ ਪ੍ਰੋਗਰਾਮਾਂ ਤੈਅ ਕਰਦੀ ਹੈ। ਯੋਜਨਾਬੰਦੀ ਦੇ ਵਿੱਚ ਕੀ ਹੈ, ਅਸੀਂ ਪਲਾਨ ਕਰਦੇ ਹਾਂ ਕਿ ਅਸੀਂ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਜਾਂ ਅਸੀਂ ਆਪਣੇ ਉਦੇਸ਼ ਦੇ ਵਿੱਚ ਕਾਮਯਾਬ ਹੋਣ ਦੇ ਲਈ ਕਿਹੜਾ ਕੰਮ ਪਹਿਲਾਂ ਕਰਨਾ ਹੈ ਅਤੇ ਉਸ ਅਕੋਰਡਿੰਗ ਆਪਾਂ ਕਿਹੜਾ ਕੰਮ ਹੈ ਜੋ ਪਿੱਛੋਂ ਕਰਨਾ ਹੈ। ਤਾਂ ਅਸੀਂ ਆਪਣੀ ਯੋਜਨਾ ਹੈ ਜਿਹੜੀ ਉਹ ਇਸ ਆਧਾਰ 'ਤੇ ਹੀ ਉਲੀਕਦੇ ਹਾਂ। ਤਾਂ ਆਪਾਂ ਅੱਜ ਕਰਨਾ ਹੈਗਾ ਸਿੱਖਿਅਕ ਯੋਜਨਾਬੰਦੀ ਦੀਆਂ ਪਹੁੰਚਾਂ ਜਾਂ ਅਪਰੋਚ ਟੂ ਐਜੂਕੇਸ਼ਨ ਪਲੈਨਿੰਗ। ਤਾਂ ਸਭ ਤੋਂ ਪਹਿਲਾਂ ਹੈਗਾ ਮੈਨ ਪਾਵਰ ਅਪਰੋਚ, ਮਨੁੱਖੀ ਸ਼ਕਤੀ ਪਹੁੰਚ, ਸੋਸ਼ਲ ਡਿਮਾਂਡ ਅਪਰੋਚ, ਸਮਾਜਿਕ ਮੰਗ ਪਹੁੰਚ, ਕੋਸਟ ਬੈਨੀਫਿਟ ਅਪਰੋਚ, ਕੀਮਤ ਲਾਭ ਪਹੁੰਚ। ਨੈਕਸਟ ਹੈ ਮਿਸ਼ਰਿਤ ਪਹੁੰਚ ਜਾਂ ਸਮਾਜਿਕ ਨਿਆਂ ਪਹੁੰਚ, ਜਿਹਦੇ ਵਿੱਚ ਕੀ ਇਹ ਤਿੰਨੇ ਜਿਹੜੀਆਂ ਅਪਰੋਚਸ ਨੇ ਉਹ ਸ਼ਾਮਲ ਹੋ ਜਾਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਪਹੁੰਚ ਕਰਨੀ ਹੈ ਉਹ ਹੈ ਮੈਨ ਪਾਵਰ ਅਪਰੋਚ, ਮਨੁੱਖੀ ਸ਼ਕਤੀ ਪਹੁੰਚ, ਜਾਂ ਇਸ ਨੂੰ ਮਨੁੱਖੀ ਸੰਸਾਧਨ ਵਿਕਾਸ ਪਹੁੰਚ ਹੈ ਜਿਹੜਾ ਉਹ ਕਿਹਾ ਜਾਂਦਾ। ਤਾਂ ਇਸ ਮਨੁੱਖੀ ਸ਼ਕਤੀ ਪਹੁੰਚ ਦੇ ਵਿੱਚ ਜਿਹੜੀ ਯੋਜਨਾ ਹੈ ਉਹ ਇਸ ਅਕੋਰਡਿੰਗ ਬਣਾਈ ਜਾਂਦੀ ਹੈ ਕਿ ਕੋਈ ਜਿਹੜਾ ਕੰਮ ਹੈ ਉਸ ਕੰਮ ਨੂੰ ਕਰਨ ਦੇ ਲਈ ਕੋਈ ਐਕਸਪਰਟ ਬੰਦਾ ਲਾਉਣਾ, ਉਸ ਨੂੰ ਉਸ ਬਾਰੇ ਨੌਲੇਜ ਹੋਵੇ, ਉਸ ਨੂੰ ਵਧੀਆ ਗਿਆਨ ਹੋਵੇ, ਉਸ ਨੂੰ ਵਧੀਆ ਕੌਸ਼ਲ ਹੋਵੇ, ਤਾਂ ਉਸ ਤਰ੍ਹਾਂ ਦੇ ਵਿਅਕਤੀ ਤੋਂ ਉਹ ਕੰਮ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਆਪਣੀ ਜਿਹੜੀ ਯੋਜਨਾ ਹੈ ਉਸ ਦੇ ਰਾਹੀਂ ਇੱਕ ਚੰਗੇ ਸਮਾਜ, ਚੰਗੇ ਰਾਸ਼ਟਰ ਦਾ ਸੱਭਿਆਚਾਰਕ, ਸੰਸਕ੍ਰਿਤਿਕ, ਸਮਾਜਿਕ, ਆਰਥਿਕ ਅਤੇ ਤਕਨੀਕੀ ਵਿਕਾਸ ਹੈ ਜਿਹੜਾ ਉਹ ਕਰ ਸਕਦਾ ਹੈ। ਤਾਂ ਇਸ ਤਰ੍ਹਾਂ ਸਿੱਖਿਆ ਅਤੇ ਟ੍ਰੇਨਿੰਗ ਰਾਹੀਂ ਮਨੁੱਖੀ ਸ਼ਕਤੀ ਦਾ ਵਿਕਾਸ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਿੱਖਿਅਕ ਯੋਜਨਾਬੰਦੀ ਨੂੰ ਸਮਾਜਿਕ ਤੰਤਰ, ਸਮਾਜਿਕ ਅਰਥ ਵਿਵਸਥਾ, ਰਾਜਨੀਤਿਕ ਆਧੁਨਿਕੀਕਰਨ ਨੂੰ ਮਜ਼ਬੂਤ ਕਰਨ ਦਾ ਪ੍ਰਮੁੱਖ ਸਾਧਨ ਹੈ। ਭਾਵ ਇੱਕ ਸਿੱਖਿਆ ਹੀ ਹੈ ਜਿਸ ਦੇ ਰਾਹੀਂ ਅਸੀਂ ਚਾਹੇ ਸਾਡਾ ਸਮਾਜਿਕ ਸਿਸਟਮ ਹੈ, ਚਾਹੇ ਸਾਡੀ ਇਕਨੋਮਿਕ ਕੰਡੀਸ਼ਨ ਹੈ, ਚਾਹੇ ਸਾਡਾ ਪੋਲੀਟੀਕਲ ਜਿਹੜਾ ਆਧੁਨਿਕੀਕਰਨ ਹੈ, ਉਸ ਨੂੰ ਅਸੀਂ ਵਧੀਆ ਸਕਸੈਸਫੁੱਲ ਹੈ ਜਿਹੜਾ ਉਹ ਬਣਾ ਸਕਦੇ ਹਾਂ। ਤਾਂ ਇਸ ਤਰ੍ਹਾਂ ਇਸ ਪਹੁੰਚ ਵਿੱਚ ਇਸ ਤੱਥ ਦਾ ਇਹ ਸਮਰਥਨ ਕਰਦੀ ਹੈ ਕਿ ਸਿੱਖਿਆ ਤੰਤਰ ਦਾ ਨਿਰਮਾਣ ਅਤੇ ਉਸ ਵਿੱਚ ਪਰਿਵਰਤਨ ਯੋਜਨਾ ਆਧਾਰਿਤ ਹੋਣਾ ਚਾਹੀਦਾ ਹੈ, ਤਾਂ ਹੀ ਉਹ ਦੇਸ਼ ਵਿੱਚ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਦਾ ਹੈ। ਭਾਵ ਕਿ ਇਹ ਜਿਹੜੀ ਅਪਰੋਚ ਹੈ ਇਹ ਮੰਗ ਕਰਦੀ ਹੈ ਕਿ ਸਮੇਂ ਦੀਆਂ ਪਰਿਸਥਿਤੀਆਂ ਦੇ ਅਨੁਸਾਰ ਉਸ ਦੇ ਵਿੱਚ ਜਿਹੜਾ ਪਰਿਵਰਤਨ ਹੈ, ਜਿਹੜਾ ਬਦਲਾਅ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਤਾਂ ਆਪਾਂ ਨੈਕਸਟ ਕਰਦੇ ਹਾਂ ਇਹਦਾ ਕੇਂਦਰ ਬਿੰਦੂ, ਇਸਦਾ ਮੁੱਖ ਫੋਕਸ ਕੀ ਹੈ। ਇਸ ਪਹੁੰਚ ਦਾ ਮੁੱਖ ਕੇਂਦਰ ਬਿੰਦੂ ਜਾਂ ਮੁੱਖ ਜਿਹੜਾ ਖੇਤਰ ਹੈ ਉਹ ਕੀ ਹੈ, ਇਕਨੋਮਿਕ ਜਿਹੜੀ ਕੰਡੀਸ਼ਨ ਹੈ ਉਸ ਦਾ ਪੂਰਵ ਅਨੁਮਾਨ ਲਗਾਉਣਾ ਹੈ। ਤਾਂ ਇਸ ਦੇ ਲਈ ਤਿੰਨ ਤੱਤਾਂ ਨੂੰ ਇਹ ਜਿਹੜੀ ਅਪਰੋਚ ਹੈ ਮਹੱਤਵ ਦਿੰਦੀ ਹੈ। ਭਵਿੱਖ ਵਿੱਚ ਮਨੁੱਖੀ ਸ਼ਕਤੀ ਦਾ ਵਿਸ਼ੇਸ਼ ਵਰਣ ਅਤੇ ਸੰਗਠਨ ਕਰਨਾ, ਮਨੁੱਖੀ ਸ਼ਕਤੀ ਦੀ ਉਪਲਬਧਤਾ ਦਾ ਵਿਸ਼ੇਸ਼ ਵਰਣ, ਭੂਤਕਾਲ ਯੋਗਤਾ ਨਾਲ ਬਾਅਦ ਵਿੱਚ ਸਮਾਯੋਜਨ ਸਥਾਪਿਤ ਕਰਨ ਦੀ ਵਿਸ਼ੇਸ਼ ਵਿਆਖਿਆ। ਤਾਂ ਇਸ ਪਹੁੰਚ ਦਾ ਜਿਹੜਾ ਮੁੱਖ ਆਬਜੈਕਟਿਵ ਹੈ ਉਹ ਕੀ ਹੈ, ਸਾਡੀ ਜਿਹੜੀ ਨੈਸ਼ਨਲ ਜਿਹੜੀ ਇਨਕਮ ਹੈ ਉਸ ਦੇ ਵਿੱਚ ਵਾਧਾ ਕਰਨਾ, ਕੁਸ਼ਲ ਮਨੁੱਖੀ ਸ਼ਕਤੀ ਤਿਆਰ ਕਰਨੀ ਅਤੇ ਅਰਥ ਵਿਵਸਥਾ ਨੂੰ ਉਪਲਬਧ ਕਰਾਉਣਾ। ਤਾਂ ਨੈਕਸਟ ਆਪਾਂ ਕਰਨਾ ਪਹੁੰਚ ਦੀ ਧਾਰਨਾ। ਇਸ ਦੇ ਵਿੱਚ ਕੀ ਹੈ ਕਿ ਜਿਹੜੇ ਬੰਦੇ ਉਸ ਕੰਮ ਨੂੰ ਕਰਨ ਦੇ ਵਿੱਚ ਐਕਸਪਰਟ ਨੇ ਉਹਨਾਂ ਵਿਅਕਤੀਆਂ ਨੂੰ ਹੀ ਇਸ ਯੋਜਨਾ ਦੇ ਵਿੱਚ ਲਾਇਆ ਜਾਂਦਾ ਹੈ। ਸਿੱਖਿਆ ਦਾ ਪ੍ਰਯੋਗ ਵਿਅਕਤੀਆਂ ਵਿੱਚ ਕੌਸ਼ਲਾਂ ਦੇ ਵਿਕਾਸ ਅਤੇ ਕੁਸ਼ਲਤਾ ਦੇ ਵਾਧੇ ਲਈ ਕੀਤਾ ਜਾਂਦਾ ਹੈ। ਪੜ੍ਹੇ ਲਿਖੇ ਵਿਅਕਤੀਆਂ ਦਾ ਪ੍ਰਤੱਖ ਜਿਹੜਾ ਸੰਬੰਧ ਹੈ ਉਹ ਦੇਸ਼ ਦੇ ਵਿਕਾਸ ਦੇ ਨਾਲ ਹੁੰਦਾ ਹੈ। ਅਰਥ ਵਿਵਸਥਾ ਦਾ ਅਤੇ ਸਿੱਖਿਆ ਪ੍ਰਣਾਲੀ ਦੋਵੇਂ ਇੱਕ ਦੂਜੇ ਨਿਰਭਰ ਹਨ। ਭਾਵ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈ ਉਹ ਵਧੀਆ ਹੋਣੀ ਚਾਹੀਦੀ ਹੈ। ਭਵਿੱਖੀ ਉਤਪਾਦਕਤਾ ਦਾ ਪੂਰਨ ਅਨੁਮਾਨ ਵਿਭਿੰਨ ਪ੍ਰਕਾਰ ਨਾਲ ਵਧਦੀ ਮਨੁੱਖੀ ਸ਼ਕਤੀ ਦੇ ਮੰਗ ਦੇ ਆਧਾਰ 'ਤੇ ਲਾਇਆ ਜਾਂਦਾ। ਤਾਂ ਨੈਕਸਟ ਹੈ ਮੈਰਿਟਸ ਆਫ ਅਪਰੋਚ, ਪਹੁੰਚ ਦੇ ਲਾਭ। ਇਹ ਪਹੁੰਚ ਰਾਸ਼ਟਰ ਦੇ ਵਿਕਾਸ ਦੀ ਜ਼ਰੂਰਤ ਲਈ ਸਹੀ ਮਾਤਰਾ ਵਿੱਚ ਮਨੁੱਖੀ ਸ਼ਕਤੀ ਦੇ ਉਤਪਾਦਨ ਨੂੰ ਨਿਸ਼ਚਿਤ ਕਰਦੀ ਹੈ। ਖਰਚਾ ਘਟਦਾ ਹੈ। ਇਸ ਦੇ ਵਿੱਚ ਕੇਵਲ ਜਿਹੜੇ ਐਕਸਪਰਟ ਜਿਹੜੇ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਹੀ ਮਹੱਤਤਾ ਜਿਹੜੀ ਉਹ ਦਿੱਤੀ ਜਾਂਦੀ ਹੈ। ਇਹਦੇ ਨਾਲ ਜਿਹੜੀ ਮਤਲਬ ਕਿ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਹੈ
ਉਹ ਪ੍ਰੋਵਾਈਡ ਕਰਨ ਦੇ ਮੌਕੇ ਮਿਲਦੇ ਨੇ। ਇਹ ਪਹੁੰਚ ਸਿੱਖਿਆ ਸ਼ਾਸਤਰ ਭਵਿੱਖ ਲਈ ਸਿੱਖਿਅਕ ਯੋਜਨਾਬੰਦੀ ਤਿਆਰ ਕਰਨ ਦੇ ਲਈ ਜਿਹੜਾ ਆਪਣਾ ਰਸਤਾ ਹੈ ਉਹ ਪ੍ਰਦਾਨ ਕਰਦੀ ਹੈ। ਨੈਕਸਟ, ਜਦੋਂ ਕੋਈ ਵੀ ਚੀਜ਼ ਦਾ ਕੋਈ ਲਾਭ ਹੈ ਤਾਂ ਉਸ ਦੀਆਂ ਕੋਈ ਨਾ ਕੋਈ ਜਿਹੜੀਆਂ ਕਮੀਆਂ ਨੇ ਉਹ ਜ਼ਰੂਰ ਹੁੰਦੀਆਂ ਨੇ। ਤਾਂ ਆਪਾਂ ਨੈਕਸਟ ਕਰਨੇ ਕਿ ਇਸ ਦੇ ਵਿੱਚ ਕਮੀਆਂ ਕੀ ਨੇ। ਤਾਂ ਸਭ ਤੋਂ ਪਹਿਲਾਂ ਤਾਂ ਇਹਦੀ ਕਮੀ ਇਹ ਹੈ ਕਿ ਸਿੱਖਿਅਕ ਯੋਜਨਾ ਨਿਰਮਾਤਾ ਨੂੰ ਸੀਮਿਤ ਨਿਰਦੇਸ਼ ਪ੍ਰਦਾਨ ਕਰਦੇ ਆ। ਸਿੱਖਿਆ ਦੇ ਹਰੇਕ ਪੱਧਰ 'ਤੇ ਕੀ ਪ੍ਰਾਪਤ ਕੀਤਾ ਇਸ ਤੱਥ ਨੂੰ ਕਹਿੰਦੇ ਇਸ ਦੇ ਵਿੱਚ ਸਪਸ਼ਟ ਨਹੀਂ ਕੀਤਾ ਜਾਂਦਾ। ਉਦਾਹਰਨ ਵਜੋਂ ਮੁੱਢਲੀ ਤੇ ਮਿਡਲ ਸਿੱਖਿਆ ਆਦਿ। ਨੈਕਸਟ ਹੈ ਮਨੁੱਖੀ ਸ਼ਕਤੀ ਪਹੁੰਚ ਕੀਮਤ ਪਹੁੰਚ ਸਿਧਾਂਤ ਦੀ ਨਿਖੇਧੀ ਕਰਦੀ ਹੈ। ਮਨੁੱਖੀ ਸ਼ਕਤੀ ਨੂੰ ਪੈਦਾ ਕਰਨ ਦੀ ਕੀਮਤ ਉਸ ਤੋਂ ਪ੍ਰਾਪਤ ਹੋਣ ਵਾਲੀ ਆਪਸੀ ਤੁਲਨਾ ਨਹੀਂ ਕਰਦੀ। ਤਾਂ ਇਸ ਦੇ ਵਿੱਚ ਇਹ ਹੈ ਕਿ ਕਹਿੰਦੇ ਇਹ ਉੱਚ ਪੱਧਰੀ ਸਿੱਖਿਆ ਲਈ ਬਹੁਤ ਲਾਭਦਾਇਕ ਹੈ। ਇਹ ਨਤੀਜਾ ਦੇਣ ਵਿੱਚ ਵੱਧ ਸਮਾਂ ਲੈਂਦੀ ਹੈ, ਜਿਵੇਂ ਮਨੁੱਖੀ ਸ਼ਕਤੀ ਉਤਪਾਦਨ। ਜ਼ਿਆਦਾਤਰ ਮਨੁੱਖੀ ਸ਼ਕਤੀ ਸ਼ਹਿਰੀ ਰੁਜ਼ਗਾਰ ਲਈ ਜ਼ਰੂਰੀ ਹੁੰਦੀ ਹੈ, ਇਸ ਕਰਕੇ ਕੌਸ਼ਲ ਅਤੇ ਵੱਧ ਕੌਸ਼ਲ ਯੁਕਤ ਕਰਮਚਾਰੀਆਂ ਇਹਦੇ ਵਿੱਚ ਪ੍ਰਾਪਤ ਨਹੀਂ ਹੁੰਦੇ। ਭਾਵ ਇਹਦੇ ਵਿੱਚ ਕੀ ਹੈ, ਸਿਰਫ ਐਕਸਪਰਟ ਬੰਦੇ ਜਾਂ ਜਿਨ੍ਹਾਂ ਦੀ ਯੋਗਤਾ ਵਧੀਆ ਹੈ ਉਹਨਾਂ ਨੂੰ ਹੀ ਲਾਇਆ ਜਾਂਦਾ ਹੈ, ਜਿਸ ਦੇ ਨਾਲ ਜਿਹੜੇ ਬੰਦਿਆਂ ਕੋਲੇ ਕੋਈ ਯੋਗਤਾ ਨਹੀਂ ਜਾਂ ਮਤਲਬ ਕਿ ਅਕੁਸ਼ਲ ਨੇ ਜਾਂ ਅੱਧ ਕੁਸ਼ਲ ਨੇ ਤਾਂ ਉਹ ਕੀ ਨੇ, ਰੁਜ਼ਗਾਰ ਤੋਂ ਵਾਂਝੇ ਨੇ, ਜਿਹੜਾ ਉਹ ਰਹਿ ਜਾਂਦੇ ਨੇ। ਸਮੇਂ ਪਰਿਵਰਤਨ ਸੰਗਤਕਾ ਮਨੁੱਖੀ ਸ਼ਕਤੀ ਦਾ ਪੂਰਨ ਅਨੁਮਾਨ ਲਗਾਉਣਾ ਅਸੰਭਵ ਪ੍ਰਤੀਤ ਹੁੰਦਾ। ਕਹਿੰਦੇ ਵੀ ਅਸੀਂ ਮਤਲਬ ਕਿ ਜਿਹੜਾ ਅਨੁਮਾਨ ਹੈ ਉਹ ਨਹੀਂ ਲਗਾ ਸਕਦੇ। ਤਾਂ ਇਸ ਤਰ੍ਹਾਂ ਨੈਕਸਟ ਹੈ ਸੋਸ਼ਲ ਡਿਮਾਂਡ ਅਪਰੋਚ। ਸਮਾਜਿਕ ਮੰਗ ਪਹੁੰਚ ਦੇ ਅੰਤਰਗਤ ਸਿੱਖਿਆ ਯੋਜਨਾਬੰਦੀ ਵਿੱਚ ਸਿੱਖਿਆ ਸੰਬੰਧੀ ਸਹੂਲਤਾਂ ਅਤੇ ਸਾਧਨਾਂ ਨੂੰ ਮਹੱਤਵ ਦਿੱਤਾ ਜਾਂਦਾ। ਭਾਵ ਕਿ ਉਸ ਸਮਾਜ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਤੈਅ ਕੀਤੀਆਂ ਜਾਂਦੀਆਂ ਨੇ। ਪੜ੍ਹੇ ਲਿਖੇ ਲੋਕਾਂ ਨੂੰ ਇਸ ਦੇ ਅਨੁਸਾਰ ਹੀ ਮੌਕੇ ਮਿਲਣੇ ਚਾਹੀਦੇ ਹਨ। ਇਸ ਪਹੁੰਚ ਅਨੁਸਾਰ ਸਿੱਖਿਆ ਅਧਿਕਾਰੀ ਨੂੰ ਉਸ ਹਰੇਕ ਵਿਦਿਆਰਥੀ ਨੂੰ ਸਕੂਲੀ ਜਿਹੜੀਆਂ ਸਹੂਲਤਾਂ ਨੇ ਉਹ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ। ਜਿਹੜੇ ਸਕੂਲ ਦੇ ਵਿੱਚ ਉਹਨਾਂ ਦਾ ਦਾਖਲਾ ਹੁੰਦਾ ਉਹਨਾਂ ਨੂੰ ਉਸ ਅਕੋਰਡਿੰਗ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਉਹ ਜਿਹੜੀਆਂ ਸਹੂਲਤਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ। ਤਾਂ ਅਜ਼ਹੈਂਟਾ ਨਾਮ ਦਾ ਵਿਦਵਾਨ ਇਹ ਪਹੁੰਚ ਸਿੱਖਿਆ ਦੀ ਇੱਕ ਅਜਿਹੀ ਸੇਵਾ ਦੇ ਰੂਪ ਵਿੱਚ ਮੰਗ ਕਰਦਾ ਜਿਵੇਂ ਕਿ ਦੂਜੀਆਂ ਸਮਾਜਿਕ ਸੇਵਾਵਾਂ ਦੀ ਹੁੰਦੀ ਹੈ। ਵਿਕਸਿਤ ਦੇਸ਼ਾਂ ਦੇ ਰਾਜਨੇਤਾ ਅਕਸਰ ਇਸ ਪਹੁੰਚ ਦਾ ਪੱਖ ਲੈਂਦੇ ਨੇ। ਤਾਂ ਇਹ ਧਾਰਨਾ ਕੀ ਹੈ, ਸਿੱਖਿਆ ਪ੍ਰਾਪਤੀ ਕਹਿੰਦੇ ਹਰੇਕ ਵਿਅਕਤੀ ਦਾ ਅਧਿਕਾਰ ਹੈ, ਤਾਂ ਉਸ ਨੂੰ ਉਸ ਅਧਿਕਾਰ ਦੇ ਅਕੋਰਡਿੰਗ ਹਰੇਕ ਵਿਅਕਤੀ ਨੂੰ ਜਿਹੜੀ ਲੋੜੀਂਦੀ ਸਿੱਖਿਆ ਉਹ ਮਿਲਣੀ ਚਾਹੀਦੀ ਹੈ। ਹਰੇਕ ਸਕੂਲੀ ਵਿਦਿਆਰਥੀ ਨੇ ਆਪਣੀ ਉਮਰ ਦੇ ਅਨੁਸਾਰ ਹੀ ਸਿੱਖਿਆ ਦੀ ਮੰਗ ਕਰਦੇ। ਭਾਵ ਇਹ ਨਹੀਂ ਕਿ ਬੱਚਾ ਛੋਟਾ ਹੈ ਅਤੇ ਉਸ ਨੂੰ ਜਿਹੜੀ ਸਿੱਖਿਆ ਹੈ ਉਸਦੇ ਲੈਵਲ ਤੋਂ ਜ਼ਿਆਦਾ ਦਿੱਤੀ ਜਾਵੇ, ਭਾਵ ਕਿ ਉਸਦੀ ਉਮਰ ਦੇ ਅਨੁਸਾਰ ਸਿੱਖਿਆ ਦੇਣੀ ਚਾਹੀਦੀ ਹੈ। ਸਿੱਖਿਆ ਦੀ ਮੰਗ ਉਸਦੀ ਪੂਰਤੀ ਦੀ ਉੱਚ ਸੀਮਾ ਤੱਕ ਲਗਾਤਾਰ ਜਾਰੀ ਹੋਣੀ ਚਾਹੀਦੀ ਹੈ। ਸਿੱਖਿਆ ਮੌਕਿਆਂ ਦਾ ਵਿਸਤਾਰ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜਿਕ ਅਤੇ ਆਰਥਿਕ ਵਾਧਾ ਅਤੇ ਵਿਕਾਸ ਸੰਭਵ ਹੋ ਸਕੇ। ਭਾਵ ਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਉਸਦਾ ਜਿਹੜਾ ਆਰਥਿਕ ਅਤੇ ਸਮਾਜਿਕ ਵਿਕਾਸ ਹੈ ਜਿਹੜਾ ਉਹ ਹੋ ਸਕੇ। ਸਿੱਖਿਆ ਦੀ ਪ੍ਰਤੀ ਇਕਾਈ ਕੀਮਤ ਸ਼ੁੱਧ ਅਤੇ ਸਥਿਰ ਹੋਣੀ ਚਾਹੀਦੀ ਹੈ। ਨੈਕਸਟ ਹੈ ਪਹੁੰਚ ਦੇ ਲਾਭ। ਇਹ ਹਰੇਕ ਵਿਅਕਤੀ ਨੂੰ ਸਿੱਖਿਆ ਦੇਣ ਅਤੇ ਪੜ੍ਹੇ ਲਿਖੇ ਬਣਾਉਣ ਦੇ ਨੂੰ ਉਤਸ਼ਾਹਿਤ ਕਰਦੀ ਹੈ। ਅਤੇ ਇਸ ਦੇ ਨਾਲ ਕੀ ਹੈ ਕਿ ਜੇਕਰ ਕੋਈ ਵਿਦਿਆਰਥੀ ਪੜ੍ਹਿਆ ਲਿਖਿਆ ਹੈ ਤਾਂ ਉਹ ਆਪਣਾ ਵਿਕਾਸ ਕਰ ਸਕੇਗਾ ਅਤੇ ਆਪਣੇ ਲਈ ਉਸ ਦੇ ਜਿਹੜੇ ਆਰਥਿਕ ਸਰੋਤ ਨੇ ਉਹ ਵੀ ਉਪਲਬਧ ਹੋਣਗੇ। ਤਾਂ ਇਹ ਮਤਲਬ ਕਿ ਵੱਧ ਤੋਂ ਵੱਧ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ ਕਿ ਹਰੇਕ ਵਿਅਕਤੀ ਨੂੰ ਸਿੱਖਿਆ ਜਿਹੜੀ ਉਹ ਮਿਲਣੀ ਚਾਹੀਦੀ ਹੈ। ਲੋਕਾਂ ਦੀ ਮੰਗ ਨੂੰ ਸੰਤੁਸ਼ਟੀ ਪ੍ਰਾਪਤ ਕਰਨ ਦਾ ਇੱਕ ਉਚਿਤ ਰਾਜਨੀਤਿਕ ਸਾਧਨ ਹੈ। ਜਿੱਥੇ ਸਰੋਤਾਂ ਦੀ ਕਮੀ ਹੋਏ ਪਰ ਸਿੱਖਿਆ ਪ੍ਰਦਾਨ ਕਰਨੀ ਵੀ ਜ਼ਰੂਰੀ ਹੋਵੇ ਉੱਥੇ ਪਹੁੰਚ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਨੈਕਸਟ ਹੈ ਡੀਮੈਰਿਟਸ ਆਫ ਸੋਸ਼ਲ ਡਿਮਾਂਡ ਅਪਰੋਚ, ਕਿ ਪਹੁੰਚ ਦੀਆਂ ਹਾਨੀਆਂ ਕੀ ਨੇ, ਕਮੀਆਂ ਕੀ ਨੇ। ਇਹ ਪਹੁੰਚ ਦਾ ਸਿੱਖਿਆ ਕਾਰਕਾਂ 'ਤੇ ਕੋਈ ਕੰਟਰੋਲ ਨਹੀਂ, ਜਿਵੇਂ ਕਿ ਸਿੱਖਿਆ ਦੀ ਕੀਮਤ। ਕਹਿੰਦੇ ਵੀ ਅਸੀਂ ਕਹਿੰਦੇ ਹਾਂ ਕਿ ਉਸਦੀ ਮੰਗ ਦੇ ਅਨੁਸਾਰ, ਵਿਅਕਤੀ ਦੀ ਮੰਗ ਦੇ ਅਨੁਸਾਰ ਉਸ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ, ਪਰ ਕਹਿੰਦੇ ਵੀ ਸਿੱਖਿਆ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ 'ਤੇ ਕੋਈ ਕੰਟਰੋਲ ਨਹੀਂ, ਕਿਉਂਕਿ ਸਿੱਖਿਆ ਦੀ ਕੀਮਤ, ਸਿੱਖਿਆ ਲੈਣੀ ਅੱਜ ਕੱਲ੍ਹ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਇਸ ਪਹੁੰਚ ਦਾ ਕੌਸ਼ਲ ਭਰਪੂਰ ਲੋਕਾਂ ਦਾ ਅਰਥ ਵਿਵਸਥਾ ਦੇ ਵਿੱਚ ਕੋਈ ਨਿਯੰਤਰਣ ਨਹੀਂ। ਸੰਸਾਰ ਵਿੱਚ ਕੁਝ ਦੇਸ਼ ਹੀ ਸਮਰੱਥ ਹਨ ਜਿਹੜੇ ਸਿੱਖਿਆ ਦੇ ਅਨੁਸਾਰ, ਸਿੱਖਿਆ ਦੀ ਕੀਮਤ ਦੇ ਅਨੁਸਾਰ ਕਹਿੰਦੇ ਵੀ ਆਪਣਾ ਮਤਲਬ ਕਿ ਸਿੱਖਿਆ ਦਾ ਪ੍ਰਬੰਧ ਕਰ ਸਕਦੇ ਨੇ। ਜਿਵੇਂ ਆਪਾਂ ਹੈ ਨਾ ਗੱਲ ਕਰਦੇ ਹਾਂ ਕਿ ਬਿਹਾਰ ਜਿਹੜਾ ਹੈ ਉਹ ਸਿੱਖਿਆ ਸਾਖਰਤਾ ਦੇ ਪੱਖੋਂ ਬਹੁਤ ਕਮਜ਼ੋਰ ਰਾਜ ਹੈ, ਕਿਉਂਕਿ ਉੱਥੇ ਆਮਦਨ ਦੇ ਸਾਧਨ ਨਹੀਂ ਹੈ। ਤਾਂ ਕਹਿੰਦੇ ਵੀ ਬਹੁਤੇ ਰਾਜ ਇੰਨੇ ਕਮਜ਼ੋਰ ਹੁੰਦੇ ਨੇ ਕਿ ਉਹ ਸਿੱਖਿਆ ਦੀਆਂ ਕੀਮਤਾਂ ਦਾ ਮਤਲਬ ਕਿ ਸਿੱਖਿਆ ਉੱਤੇ ਇੰਨੀ ਕੀਮਤ ਲਾ ਕੇ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ।
ਵੱਡੇ ਪੱਧਰ 'ਤੇ ਰਾਸ਼ਟਰੀ ਵਸਤ ਦੀ ਲੋੜ ਹੋਣ ਕਰਕੇ ਪ੍ਰਭਾਵਸ਼ਾਲੀ ਸਿੱਧ ਨਹੀਂ ਹੋ ਸਕੀ। ਭਾਵ ਸਿੱਖਿਆ ਦੇ ਲਈ ਉਸ ਨੂੰ ਜਿਹੜਾ ਲੋੜੀਂਦਾ ਵਸਤ ਹੈ ਉਹ ਨਹੀਂ ਮਿਲਦਾ। ਸਿੱਖਿਆ ਦੀ ਸਮਾਜਿਕ ਮੰਗ ਅਸਲ ਨਹੀਂ, ਕਿਉਂਕਿ ਇਸ ਅਨੁਸਾਰ ਸਿੱਖਿਆ ਵਿੱਚ ਗੁਣਵੱਤਾ ਲਿਆਉਣੀ ਸੰਭਵ ਹੀ ਨਹੀਂ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਮਤਲਬ ਕਿ ਕਮੀਆਂ ਨੇ ਜਿਸ ਦੇ ਮਤਲਬ ਕਿ ਹਰੇਕ ਵਿਅਕਤੀ ਨੂੰ ਸਿੱਖਿਆ ਪ੍ਰਦਾਨ ਕਰਨੀ ਕੀ ਹੈ, ਅਸੰਭਵ ਹੈ। ਨੈਕਸਟ ਆਪਾਂ ਕਰਦੇ ਹਾਂ ਕੋਸਟ ਬੈਨੀਫਿਟ ਅਪਰੋਚ, ਕੀਮਤ ਲਾਭ ਪਹੁੰਚ। ਇਸ ਪਹੁੰਚ ਨੂੰ ਵੱਖ-ਵੱਖ ਜਿਵੇਂ ਕਿ ਕੀਮਤ ਪਹੁੰਚ, ਕੀਮਤ ਪ੍ਰਭਾਵਸ਼ਾਲੀ, ਆਮਦਨ ਲਾਭ, ਅਲੱਗ-ਅਲੱਗ ਤਰ੍ਹਾਂ ਦੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ। ਤਾਂ ਇਹ ਜਿਹੜਾ ਤੱਤ ਹੈ ਉਹ ਕਿ ਸਿੱਖਿਆ ਪ੍ਰਾਪਤ ਕਰਨ ਦੇ ਵਿੱਚ ਜਿੰਨਾ ਖਰਚ ਕੀਤਾ ਜਾਂਦਾ ਕਹਿੰਦੇ ਉਸ ਤੋਂ ਵੱਧ ਜਿਹੜੀ ਆਮਦਨ ਹੈ ਉਹ ਪ੍ਰਾਪਤ ਹੋਣੀ ਚਾਹੀਦੀ ਹੈ ਸਿੱਖਿਆ ਤੋਂ। ਤਾਂ ਇਸ ਪਹੁੰਚ ਦੀ ਮੁੱਖ ਧਾਰਨਾ ਕੀ ਹੈ ਕਿ ਸਿੱਖਿਆ 'ਤੇ ਜਿੰਨਾ ਵੀ ਖਰਚ ਕੀਤਾ ਜਾਂਦਾ ਹੈ ਉਸ ਨੂੰ ਰਾਸ਼ਟਰੀ ਖਰਚ ਮੰਨਿਆ ਜਾਂਦਾ ਹੈ। ਤਾਂ ਜਿਸ ਦੀ ਪੁਸ਼ਟੀ ਵਿੱਚ ਉਸ ਉੱਚ ਉਤਪਾਦਨ ਨੂੰ ਤਾਉਣ ਲਈ ਜੋ ਉਤਪਾਦਨ ਹੁੰਦਾ ਉਸ ਰਾਹੀਂ ਹੁੰਦੀ ਹੈ। ਇਸ ਤਰ੍ਹਾਂ ਭਾਵ ਕਿ ਸਿੱਖਿਆ ਅਜਿਹੀ ਸਿੱਖਿਆ ਜਿਸ ਦੇ ਵਿੱਚ ਜਿੰਨਾ ਸਿੱਖਿਆ ਦੇ ਉੱਤੇ ਖਰਚ ਹੋਇਆ ਹੈ ਉਸ ਤੋਂ ਵੱਧ ਲਾਭ ਹੈ ਸਾਨੂੰ ਜਿਹੜਾ ਸਿੱਖਿਆ ਪ੍ਰਾਪਤ ਕਰਕੇ ਹੋਣਾ ਚਾਹੀਦਾ ਹੈ। ਤਾਂ ਯੂਨੈਸਕੋ ਨੇ ਸਿੱਖਿਆ ਨੂੰ ਇੱਕ ਲਾਭ ਕਿਹਾ ਹੈ। ਸਿੱਖਿਆ ਦਾ ਲਾਭ ਮਨੁੱਖੀ ਸ਼ਕਤੀ ਦੇ ਵਿਕਾਸ ਦੇ ਰੂਪ ਵਿੱਚ ਹੁੰਦਾ ਹੈ, ਜਿਸ ਦੀ ਵਰਤੋਂ ਦੇਸ਼ ਦੇ ਆਰਥਿਕ ਵਿਕਾਸ ਵਿੱਚ ਕੀਤੀ ਜਾਂਦੀ ਹੈ। ਰਾਸ਼ਟਰ ਲਈ ਸਿੱਖਿਆ ਨੂੰ ਮੁੱਢਲੀ ਲੋੜ ਮੰਨਿਆ ਜਾਂਦਾ ਹੈ। ਇਸ ਦਾ ਪ੍ਰਤੱਖ ਜਿਹੜਾ ਸੰਬੰਧ ਹੈ ਉਹ ਆਰਥਿਕ ਵਿਕਾਸ ਨਾਲ ਹੁੰਦਾ ਹੈ। ਇਸ ਕਰਕੇ ਇਸ ਨੂੰ ਸਭ ਤੋਂ ਵੱਧ ਜਿਹੜੀ ਪਹਿਲ ਹੈ ਉਹ ਦੇਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਸਿੱਖਿਆ ਅਤੇ ਆਮਦਨ ਦਾ ਕਹਿੰਦੇ ਆਪਸ ਦੇ ਵਿੱਚ ਕੀ ਸੰਬੰਧ ਹੈ। ਐਡੀਸਨ ਦਾ ਵਿਚਾਰ ਹੈ ਕਿ ਕੀਮਤ ਪਹੁੰਚ ਸਿੱਖਿਆ ਦੇ ਹਰੇਕ ਪੱਧਰ ਨੂੰ ਲਾਭ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ। ਇਹ ਲਾਭ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੀ ਹੈ। ਇਸ ਦੀ ਧਾਰਨਾ ਕਰਮਚਾਰੀਆਂ ਨੂੰ ਮਜ਼ਦੂਰੀ ਅਤੇ ਆਮਦਨ ਵਿਚਲੇ ਅੰਤਰ ਨੂੰ ਦਰਸਾਉਂਦੀ ਹੈ। ਉਤਪਾਦਕ ਵਿਚਲਾ ਅੰਤਰ ਵਿਅਕਤੀਆਂ ਦੁਆਰਾ ਪ੍ਰਾਪਤ ਸਿੱਖਿਆ ਦੀਆਂ ਮਾਤਰਾ ਅਤੇ ਕਿਸਮਾਂ 'ਤੇ ਨਿਰਭਰ ਕਰਦਾ ਹੈ, ਕਿਉਂਕਿ ਉਸਨੇ ਕਿਸ ਤਰ੍ਹਾਂ ਦੀ ਸਿੱਖਿਆ ਹੈ ਜਿਹੜੀ ਉਹ ਪ੍ਰਾਪਤ ਕੀਤੀ ਹੈ। ਭਾਵ ਜਿਹੜਾ ਸਿੱਖਿਆ ਦਾ ਕੀਮਤ ਲਾਭ ਪਹੁੰਚ ਦੇ ਅਨੁਸਾਰ ਜਿਹੜਾ ਸਿੱਖਿਆ ਦਾ ਮੁੱਖ ਮਕਸਦ ਉਹ ਕੀ ਹੈ, ਇੱਕ ਮਤਲਬ ਕਿ ਸਿੱਖਿਆ ਤੋਂ ਸਾਨੂੰ ਲਾਭ ਪ੍ਰਾਪਤ ਹੋਣਾ ਚਾਹੀਦਾ ਹੈ, ਜਿਹੜੀ ਆਮਦਨ ਹੈ ਉਹ ਪ੍ਰਾਪਤ ਹੋਣੀ ਚਾਹੀਦੀ ਹੈ। ਇਹਦੇ ਦੋ ਕਿਸਮਾਂ ਮੰਨੀਆਂ ਗਈਆਂ ਨੇ, ਸਮਾਜ ਨਿਰਧਾਰਿਤ ਲਾਭ ਅਤੇ ਨਿੱਜੀ ਨਿਰਧਾਰਿਤ ਲਾਭ। ਇਸ ਦਾ ਸੰਬੰਧ ਵਿਸ਼ੇਸ਼ ਪ੍ਰਕਾਰ ਦੀ ਸਿੱਖਿਆ 'ਤੇ ਕੀਤੇ ਖਰਚ ਅਤੇ ਲਾਭ ਦੇ ਮੁਲਾਂਕਣ ਨਾਲ ਹੈ। ਭਾਵ ਕਿ ਕਿੰਨਾ ਸਿੱਖਿਆ 'ਤੇ ਖਰਚ ਹੋਇਆ ਹੈ ਅਤੇ ਕਿੰਨਾ ਉਸ ਤੋਂ ਲਾਭ ਹੋਇਆ ਹੈ। ਨਿੱਜੀ ਨਿਰਧਾਰਨ ਦੇ ਵਿੱਚ ਕੀ ਹੈ, ਖਰਚ ਵਿਅਕਤੀ ਦਾ ਨਿੱਜੀ ਹੁੰਦਾ ਹੈ। ਇਸ ਦਾ ਮੁਲਾਂਕਣ ਵਿਦਿਆਰਥੀ ਸਿੱਖਿਆ ਉੱਤੇ ਹੋਏ ਖਰਚ, ਜੇਬ ਖਰਚ ਅਤੇ ਪੂਰਵ ਨਿਸ਼ਚਿਤ ਆਮਦਨ ਨੂੰ ਮਿਲਾ ਕੇ ਕੀਤਾ ਜਾਂਦਾ ਹੈ ਕਿ ਉਸ ਨੇ ਅੱਗੇ ਕਿੰਨੀ ਜਿਹੜੀ ਆਮਦਨ ਹੈ ਉਹ ਪ੍ਰਾਪਤ ਕਰਨੀ ਹੈ। ਤਾਂ ਇਸ ਪਹੁੰਚ ਦੇ ਲਾਭ ਨੇ, ਇਹ ਪਹੁੰਚ ਸਿੱਖਿਆ ਵਿਚਾਰਕਾਂ ਨੂੰ ਖਰਚ ਦੀ ਤੁਲਨਾ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਇਹ ਪਹੁੰਚ ਸਿੱਖਿਆ ਅਤੇ ਆਰਥਿਕ ਨਤੀਜਿਆਂ ਦੇ ਵਿਚਲੇ ਸੰਬੰਧ ਨੂੰ ਪ੍ਰਗਟ ਕਰਦੀ ਹੈ ਕਿ ਕਿਸ ਤਰ੍ਹਾਂ ਅਸੀਂ ਸਿੱਖਿਆ ਤੋਂ ਜਿਹੜਾ ਆਰਥਿਕ ਲਾਭ ਹੈ ਉਹ ਪ੍ਰਾਪਤ ਕਰਨਾ ਹੈ। ਇਹ ਇੱਕ ਰਾਸ਼ਟਰੀ ਅਤੇ ਦੂਰਦਰਸ਼ੀ ਪਹੁੰਚ ਹੈ। ਇਸ ਦਾ ਜਿਹੜਾ ਮੁੱਖ ਸੰਬੰਧ ਹੈ ਉਹ ਕੀ ਹੈ, ਅਰਥ ਵਿਵਸਥਾ ਦੇ ਨਾਲ ਹੈ। ਇਹ ਫਜ਼ੂਲ ਖਰਚੇ ਨੂੰ ਘੱਟ ਕਰਦੀ ਹੈ। ਇਹ ਪਹੁੰਚ ਲਾਭ ਬਨਾਮ ਕੀਮਤ ਸਿਧਾਂਤ ਨੂੰ ਮਹੱਤਵ ਦਿੰਦੀ ਹੈ। ਭਾਵ ਕਿ ਸਿੱਖਿਆ ਦੇ ਉੱਤੇ ਕਿੰਨਾ ਖਰਚ ਹੋਇਆ ਹੈ ਅਤੇ ਉਸ ਤੋਂ ਕਿੰਨਾ ਜਿਹੜਾ ਲਾਭ ਹੈ ਇਨ ਫਿਊਚਰ ਪ੍ਰਾਪਤ ਹੋਣਾ ਹੈ। ਇਹ ਪਹੁੰਚ ਲਾਭ ਬਨਾਮ ਕੀਮਤ ਨੂੰ ਮਹੱਤਵ ਦਿੰਦਾ ਹੈ। ਇਹ ਪਹੁੰਚ ਸਿੱਖਿਆ ਪ੍ਰਣਾਲੀ ਨੂੰ ਸੁਝਾਉਂਦਾ ਕਿਸ ਤਰ੍ਹਾਂ ਸਿੱਖਿਆ ਰਾਹੀਂ ਆਜੀਵਕਾ ਕੌਸ਼ਲਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਭਾਵ ਕਿ ਅਸੀਂ ਸਿੱਖਿਆ ਰਾਹੀਂ ਕਿਸ ਤਰ੍ਹਾਂ ਆਪਣੀ ਜਿਹੜੀ ਰੋਜੀ ਰੋਟੀ ਉਹ ਕਮਾ ਸਕਦੇ ਹਾਂ। ਇਹ ਵੱਧ ਲਾਭ ਪ੍ਰਾਪਤੀ ਲਈ ਸਿੱਖਿਆ ਪ੍ਰਾਪਤੀ ਵਿਚਕਾਰਲੇ ਸੰਬੰਧਾਂ ਨੂੰ ਦਰਸਾਉਂਦੀ ਹੈ। ਇਸ ਦੀਆਂ ਕੁਝ ਕਮੀਆਂ ਨੇ, ਕਹਿੰਦੇ ਅਫਰੀਕੀ ਜਿਹੜੇ ਰਾਜ ਨੇ ਉਸ ਦੇ ਵਿੱਚ ਇਹ ਧਾਰਨਾ ਗਲਤ ਮੰਨੀ ਜਾਂਦੀ ਹੈ ਕਿ ਆਮਦਨ ਉਤਪਾਦਕਤਾ ਨੂੰ ਪ੍ਰਗਟ ਕਰਦੀ ਹੈ। ਨੈਕਸਟ ਹੈ ਸਿੱਖਿਆ ਉੱਤੇ ਕੀਤੇ ਖਰਚ, ਲਾਭ ਦਾ ਮਾਪ ਅਤੇ ਮੁਲਾਂਕਣ ਮੁਸ਼ਕਲ ਹੁੰਦਾ ਹੈ। ਭਾਵ ਸਮਾਜਿਕ ਅਤੇ ਨਿੱਜੀ ਜਿਹੜਾ ਨਿਰਧਾਰਿਤ ਲਾਭ ਦਾ ਨਿਰੰਤਰ ਮੁਸ਼ਕਲ ਕਾਰਜ ਹੁੰਦਾ। ਕਹਿੰਦੇ ਵੀ ਅਸੀਂ ਇਸ ਦਾ ਮਤਲਬ ਕਿ ਮੁਲਾਂਕਣ ਜਿਹੜਾ ਇਵੈਲੂਏਸ਼ਨ ਨਹੀਂ ਕਰ ਸਕਦੇ ਕਿ ਮਤਲਬ ਕਿ ਸਿੱਖਿਆ ਦੇ ਉੱਤੇ ਕਿੰਨਾ ਖਰਚ ਹੋਣਾ ਹੈ ਅਤੇ ਉਸ ਤੋਂ ਕਿੰਨਾ ਜਿਹੜਾ ਲਾਭ ਹੈ ਸਾਨੂੰ ਪ੍ਰਾਪਤ ਹੋਣਾ ਹੈ। ਚੰਗੇ ਕਰਮਚਾਰੀਆਂ ਦੀ ਆਮਦਨ ਉੱਤੇ ਉਤਪਾਦਕ ਅਤੇ ਮੁਆਵਜ਼ੇ ਦੇ ਆਰਥਿਕ ਚਰਨ ਦਾ ਪ੍ਰਭਾਵ ਵੱਧ ਹੁੰਦਾ ਹੈ। ਇਹ ਪਹੁੰਚ ਆਰਥਿਕ ਲਾਭਾਂ ਦਾ ਹੀ ਨਿਰਧਾਰਨ ਕਰਦੀ ਹੈ। ਇਸ ਦੇ ਉਲਟ ਸਿੱਖਿਆ ਰਾਹੀਂ ਪ੍ਰਾਪਤ ਅਧਿਕ ਲਾਭ ਜਿਵੇਂ ਵਿਅਕਤੀ ਅਤੇ ਸਮਾਜ ਦੀ ਸੰਤੁਸ਼ਟੀ ਅਤੇ ਸੰਸਕ੍ਰਿਤਿਕ ਵਾਧੇ ਦਾ ਨਿਰਧਾਰਨ ਨਹੀਂ ਕਰਦਾ। ਇਹ ਪਹੁੰਚ ਪ੍ਰਾਇਮਰੀ ਪੱਧਰ ਦੀ ਸਿੱਖਿਆ ਦੀ ਨਿਖੇਧੀ ਕਰਦੀ ਹੈ। ਭਾਵ ਕਿ ਇਸ ਜਿਹੜੀ ਇਹ ਅਪਰੋਚ ਹੈ ਉਸ ਦੇ ਰਾਹੀਂ ਸਿਰਫ ਜਿਹੜੀ ਹਾਇਰ ਐਜੂਕੇਸ਼ਨ ਹੈ ਉਸ ਨੂੰ ਹੀ ਮਤਲਬ ਕਿ ਵਧਾਵਾ ਹੈ ਜਿਹੜਾ ਉਹ ਮਿਲਦਾ ਹੈ। ਨੈਕਸਟ ਹੈ ਮਿਸ਼ਰਤ ਪਹੁੰਚ। ਤਾਂ ਇਹ ਉਹ ਪਹੁੰਚ ਹੈ ਜਿਸ ਦੇ ਵਿੱਚ ਇਹ ਤਿੰਨੇ ਜਿਹੜੀਆਂ ਪਹੁੰਚਾਂ ਸ਼ਾਮਲ ਨੇ, ਜਿਸ ਦੇ ਵਿੱਚ ਮਨੁੱਖੀ ਸ਼ਕਤੀ ਪਹੁੰਚ ਸ਼ਾਮਲ ਸੀਗੀ, ਕੀਮਤ ਲਾਭ ਪਹੁੰਚ ਸ਼ਾਮਲ ਸੀ ਅਤੇ ਸਮਾਜਿਕ ਸੰਸਾਧਨ ਵਿਕਾਸ ਜਿਹੜੀ ਪਹੁੰਚ ਸ਼ਾਮਲ ਸੀ। ਤਾਂ ਇਹ ਤਿੰਨਾਂ ਨੂੰ ਮਿਲ ਕੇ ਜਿਹੜੀ ਇਹ ਮਿਸ਼ਰਤ ਪਹੁੰਚ ਮਿਲਦੀ ਹੈ। ਤਾਂ ਇਸ ਪਹੁੰਚ ਦਾ ਜਿਹੜਾ ਮੁੱਖ ਜਿਹੜਾ ਇਸ ਦਾ ਸੰਸਥਾਪਕ ਹੈ ਉਹ ਹੈ ਪ੍ਰੋਫੈਸਰ
ਫੈਡਰਿਕ ਹਾਰਵਿਸ਼ਨ। ਇਹ ਪਹੁੰਚ ਸਿੱਖਿਆ ਦਾ ਏਕੀਕਰਨ ਆਮ ਆਰਥਿਕ ਸਮਾਜਿਕ ਵਿਕਾਸ ਯੋਜਨਾ ਰਾਹੀਂ ਕਰਦੀ ਹੈ। ਇਸ ਤਰ੍ਹਾਂ ਇਹ ਪਹੁੰਚ ਯੋਜਨਾ ਨਿਰਮਾਤਾਵਾਂ ਨੂੰ ਪੂਰਵ ਦਰਸਾਈ ਪਹੁੰਚ ਦੇ ਲਾਭ ਪ੍ਰਦਾਨ ਕਰਦੀ ਹੈ। ਇਹ ਸੀਗੀਆਂ ਇਹਦੀਆਂ ਜਿਹੜੀਆਂ 4 ਅਪਰੋਚਸ ਕਿ ਸਿੱਖਿਆ ਪਲੈਨਿੰਗ ਦੇ ਵਿੱਚ, ਐਜੂਕੇਸ਼ਨ ਪਲੈਨਿੰਗ ਦੇ ਵਿੱਚ ਜਿਹੜੀਆਂ ਕਿਹੜੀਆਂ ਅਪਰੋਚਸ ਨੇ ਉਹ ਸ਼ਾਮਲ ਨੇ। ਥੈਂਕ ਯੂ।